ਵੈਲਿਊਏਬਲ ਲੈਂਡ 500 ਕਰੋੜ ਦੀ ਰਿਟਰਨ ਆ ਸਕਦੀ ਸੀਗੀ, ਇਹ ਪੀਨਟਸ ਇਹਨਾਂ ਨੇ ਦੇ ਦਿੱਤੀ ਹੈਗੀ ਹੈ ਆਪਣੇ GRG ਗਰੁੱਪ ਨੂੰ। ਕਰੋਨਾ ਦੇ ਦੌਰਾਨ ਜਦੋਂ ਲੋਕਡਾਊਨ ਲੱਗਿਆ ਸੀ, ਸਾਰੀਆਂ ਫਾਰਮੈਲਿਟੀਆਂ ਕੰਪਲੀਟ ਹੋ ਗਈਆਂ। 90 ਕਰੋੜ 50 ਲੱਖ ਦੇ ਵਿੱਚ ਜ਼ਮੀਨ ਤੇ ਪਲਾਟੇਸ਼ਨ ਸ਼ੁਰੂ ਹੋ ਗਈ। ਜਦੋਂ ਮੈਂ ਰੇਕਅਪ ਕਰ ਰਿਹਾ ਸੀ ਇਸ਼ੂ, ਅਸੀਂ ਦੋਨੋਂ, ਸਾਨੂੰ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ। ਹੁਣ ਰਿਟ ਦੇ ਵਿੱਚ ਮੈਂ ਆਪਣੀ ਸਿਕਿਉਰਿਟੀ ਵੀ ਮੰਗੀ ਹੈ, ਪਰਸਨਲ ਸਿਕਿਉਰਿਟੀ ਦਿੱਤੀ ਜਾਵੇ ਮੈਨੂੰ ਕਿਉਂਕਿ ਡਰ ਹੈ ਕਿ ਮੈਨੂੰ ਐਲੀਮੀਨੇਟ ਨਾ ਕਰ ਦੇਣ। ਆਪਣੀ ਰਿਮੂਵਲ ਅਸੀਂ ਅਲੱਗ ਤੋਂ ਚੈਲੰਜ ਕਰ ਰਹੇ ਹਾਂ, ਕਿਉਂਕਿ ਗਵਰਨਰ ਸਾਹਿਬ ਨੇ ਸਾਨੂੰ ਅਪਾਇੰਟ ਕੀਤਾ ਸੀ, ਲੇਕਿਨ ਸੈਕਟਰੀ ਨੇ ਸਾਨੂੰ ਕੱਢ ਕੇ ਬਾਹਰ ਮਾਰਿਆ। ਕੋਈ ਨੋਟਿਸ ਨਹੀਂ ਦਿੱਤਾ। 7 ਨੂੰ ਮੀਟਿੰਗ ਸੀਗੀ, 6 ਨੂੰ ਕੱਢ ਦਿੱਤਾ ਸਾਨੂੰ। ਸਾਬਕਾ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਤੀਕਸ਼ਣ ਸੂਦ ਉਹਨਾਂ ਨੇ ਕਰੀਬ 2 ਮਹੀਨੇ ਪਹਿਲਾਂ ਆਪਣੇ ਸਿਆਸੀ ਵਿਰੋਧੀ ਜੋ ਕਿ ਸ਼ਾਮ ਸੁੰਦਰ ਅਰੋੜਾ ਇਸ ਵਕਤ ਉਦਯੋਗ ਮੰਤਰੀ ਨੇ ਪੰਜਾਬ ਦੇ, ਦੋਸ਼ ਲਾਏ ਸੀ ਕਿ ਉਹਨਾਂ ਦੀ ਜਿਹੜੀ ਹੈਗੀ ਹੈ ਸ਼ਹਿਰ ਦੇ ਉੱਤੇ ਕਹਿ ਲਓ ਜਾਂ ਉਹਨਾਂ ਦੀ ਕਥਿਤ ਮਿਲੀਭੁਗਤ ਦੇ ਨਾਲ ਇਹ ਸਾਰਾ ਘੁਟਾਲਾ ਜਾਂ ਸਾਰਾ ਕੁਝ ਸਿਰੇ ਚੜਿਆ। ਕਿ ਪਟੀਸ਼ਨ ਵਿੱਚ ਵੀ ਮੰਤਰੀ ਸਾਹਿਬ ਨੂੰ ਪਾਰਟੀ ਬਣਾਇਆ ਗਿਆ ਜਾਂ ਉਹਨਾਂ ਦੇ ਉੱਤੇ ਪਟੀਸ਼ਨ 'ਚ ਕੋਈ ਜ਼ਿਕਰ ਹੈ ਇਹਨਾਂ ਗੱਲਾਂ ਦਾ? ਸਕਾਈ ਨਿਊਜ਼ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਮੈਂ ਹਾਂ ਤੁਹਾਡਾ ਹੋਸਟ ਨੀਲ ਭਲਿੰਦਰ ਸਿੰਘ। ਇਸ ਵੇਲੇ ਦੀ ਇੱਕ ਵੱਡੀ ਖਬਰ ਆ ਰਹੀ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਐਸੇ ਕੇਸ ਦੇ ਵਿੱਚ ਨੋਟਿਸ ਜਾਰੀ ਕੀਤਾ ਪੰਜਾਬ ਸਰਕਾਰ ਅਤੇ CBI ਨੂੰ, ਜਿਸ 'ਚ ਮੋਹਾਲੀ ਸਥਿਤ JCT ਦੀ ਜ਼ਮੀਨ ਦੇ ਕਥਿਤ ਘੁਟਾਲੇ ਦਾ ਮਾਮਲਾ ਹਾਈ ਕੋਰਟ 'ਚ ਚੁੱਕਿਆ ਗਿਆ ਸੀ। ਵੈਸੇ ਇਹ ਮਾਮਲਾ ਸਾਬਕਾ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਚੋਟੀ ਦੇ ਆਗੂ ਤੀਕਸ਼ਣ ਸੂਦ ਉਹਨਾਂ ਨੇ ਕਰੀਬ 2 ਕੁ ਮਹੀਨੇ ਪਹਿਲਾਂ ਪ੍ਰੈਸ ਕਾਨਫਰੰਸ ਕਰਦੇ ਹੋਏ ਜਿਹੜਾ ਚੁੱਕਿਆ ਸੀ ਕਿ JCT ਦੀ ਜ਼ਮੀਨ ਜਿਹੜੀ ਹੈ 31 ਏਕੜ ਦੇ ਕਰੀਬ ਜ਼ਮੀਨ ਹੈ, ਜਿਸ ਨੂੰ ਕਥਿਤ ਤੌਰ ਦੇ ਉੱਤੇ ਨਿਯਮਾਂ 'ਚ ਹੇਰਫੇਰ ਕਰਦੇ ਹੋਏ ਇੱਕ ਪ੍ਰਾਈਵੇਟ ਲੈਂਡ ਡਿਵੈਲਪਰ ਨੂੰ ਵੇਚ ਕੇ ਉਸ ਜ਼ਮੀਨ 'ਚ ਮਾਈਕਰੋ ਪਲਾਟਿੰਗ ਕੀਤੀ ਗਈ ਹੈ ਤੇ ਜੋ ਕਿ ਨਿਯਮਾਂ ਦੇ ਉਲਟ ਹੈ ਤੇ ਇਸ 'ਚ ਕਈ 100 ਕਰੋੜ ਦਾ ਚੂਨਾ ਜਿਹੜਾ ਹੈਗਾ ਸਰਕਾਰੀ ਖਜ਼ਾਨੇ ਨੂੰ ਲੱਗਿਆ ਹੈ। ਇਹ ਮਾਮਲਾ ਹੁਣ ਹਾਈ ਕੋਰਟ 'ਚ ਜਾ ਚੁੱਕਾ ਹੈ। ਕੁਝ ਸਾਬਕਾ ਡਾਇਰੈਕਟਰਾਂ ਨੇ ਪਤਾ ਲੱਗ ਰਿਹਾ ਹੈ ਕਿ ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਚੁੱਕਿਆ ਹੈ। ਕੁਝ ਸਮਾਂ ਪਹਿਲਾਂ ਹੀ ਹਾਈ ਕੋਰਟ ਦੇ ਵਿੱਚ ਇਸ ਮਾਮਲੇ 'ਚ ਸੁਣਵਾਈ ਹੋਈ ਹੈ। ਪਟੀਸ਼ਨ ਕਰਤਾ ਧਿਰ ਦੇ ਵਕੀਲ KK ਡਡਵਾਲ ਹੋਣੀ, KK ਡਡਵਾਲ ਇਸ ਵਕਤ ਸਾਡੇ ਨਾਲ ਬਣੇ ਹੋਏ ਨੇ। ਡਡਵਾਲ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਸਰ, ਥੈਂਕ ਯੂ ਸੋ ਮਚ। ਦੱਸੋਗੇ ਜੀ ਅੱਜ ਪਹਿਲਾਂ ਤਾਂ ਕੀ ਆਰਡਰ ਕੀ ਹੈ ਜੀ ਹਾਈ ਕੋਰਟ ਦਾ ਤੁਹਾਡੀ ਪਟੀਸ਼ਨ ਦੇ ਉੱਤੇ ਅੱਜ ਦਾ? ਪਟੀਸ਼ਨ ਨੂੰ ਸੁਣਦੇ ਹੀ ਜੱਜ ਸਾਹਿਬ ਨੇ ਇੱਕ ਤੇ ਨੋਟਿਸ ਦੇ ਦਿੱਤਾ CBI ਨੂੰ, ਸਟੇਟ ਆਫ ਪੰਜਾਬ ਨੂੰ ਵੀ ਦੇ ਦਿੱਤਾ ਤੇ ਨਾਲੇ ਕਾਰਪੋਰੇਸ਼ਨ ਨੂੰ ਨੋਟਿਸ ਇਸ਼ੂ ਕਰਤਾ 7/10 ਵਾਸਤੇ 2021 ਵਾਸਤੇ ਕਿ ਉਹਦਾ ਜਵਾਬ ਫਾਈਲ ਕਰੋ। ਇਸ ਪਟੀਸ਼ਨ ਦੇ ਵਿੱਚ ਮੈਂ ਡਿਮਾਂਡ ਕੀਤੀ ਹੈ, ਇੱਕ ਤਾਂ CBI ਨੂੰ ਕੇਸ ਦਿੱਤਾ ਜਾਵੇ ਕਿਉਂਕਿ ਇਹ ਲੈਂਡ ਸਕੈਮ 500 ਕਰੋੜ ਦਾ ਇਹ ਲਾਸ ਹੈਗਾ। ਤੇ ਉਸ ਤੋਂ ਬਾਅਦ ਇਹਦੇ 'ਚ ਜਦੋਂ ਅਸੀਂ ਮੀਟਿੰਗ ਦੇ ਵਿੱਚ ਬੈਠਦੇ ਸੀਗੇ, ਕਈ ਓਬਜੈਕਸ਼ਨ ਅਸੀਂ ਰੇਜ਼ ਕੀਤੇ। ਇਹ 2 ਡਾਇਰੈਕਟਰ ਹੈਗੇ ਆ, ਸੰਦੀਪ ਕੁਮਾਰ ਤੇ ਰਣਦੀਪ ਸੂਰੀ, ਇਹਨਾਂ ਨੇ ਓਬਜੈਕਸ਼ਨ ਰੇਜ਼ ਕੀਤੇ। ਜਦੋਂ ਓਬਜੈਕਸ਼ਨ ਨਹੀਂ ਸੁਣੇ ਗਏ ਤੇ ਇਹਨਾਂ ਚੀਫ ਮਿਨਿਸਟਰ ਨੂੰ ਈਮੇਲ ਵੀ ਭੇਜੀਆਂ ਕਿ ਜੀ ਇਹ ਕੋਈ ਪ੍ਰੋਸੀਜਰ ਨਹੀਂ ਫੋਲੋ ਕੀਤਾ ਜਾ ਰਿਹਾ, ਜਿਹੜੀ ਇਹ ਜ਼ਮੀਨ ਹੈਗੀ ਹੈ ਬੜੀ ਵੈਲਿਊਏਬਲ ਹੈ, ਇਹਨੂੰ ਪ੍ਰੋਪਰ ਪ੍ਰੋਸੀਜਰ ਫੋਲੋ ਕੀਤਾ ਜਾਵੇ। ਪਰ ਕਰੋਨਾ ਦੇ ਦੌਰਾਨ ਜਦੋਂ ਲੋਕਡਾਊਨ ਲੱਗਿਆ ਸੀ, ਸਾਰੀਆਂ ਫਾਰਮੈਲਿਟੀਆਂ ਕੰਪਲੀਟ ਹੋ ਗਈਆਂ। 90 ਕਰੋੜ 50 ਲੱਖ ਦੇ ਵਿੱਚ ਜ਼ਮੀਨ ਤੇ ਪਲਾਟੇਸ਼ਨ ਸ਼ੁਰੂ ਹੋ ਗਈ। ਅਸੀਂ ਅੱਗੇ ਤੋਂ 50 ਲੱਖ ਰੁਪਏ ਦੇ ਵਿੱਚ ਦੇਤੀ ਜੀ। 45 ਕਰੋੜ ਚ 45 ਕਰੋੜ ਦੇ ਵਿੱਚ 45 ਕਰੋੜ ਸੀ, 45 ਕਰੋੜ ਚ ਸਭ ਕੁਝ ਹੈਂਡਓਵਰ ਕਰ ਦਿੱਤਾ ਤੇ ਉਹਨੇ ਪਲਾਟੇਸ਼ਨ ਸ਼ੁਰੂ ਕਰ ਦਿੱਤੀ। ਜਦੋਂ ਅਸੀਂ ਕੁਝ ਨਹੀਂ ਹੋਇਆ ਤੇ ਗਵਰਨਮੈਂਟ ਨੂੰ ਲਿਖਿਆ, ਗਵਰਨਮੈਂਟ ਨੇ ਉੱਥੇ ਕੀ ਕੀਤਾ ਇਹਨਾਂ ਨੇ ਕਿ ਜੀ ਇਮੀਡੀਏਟਲੀ ਇੱਕ ਮੀਟਿੰਗ 7/7/2021 ਲਈ ਬੁਲਾਈ ਔਰ ਸਾਨੂੰ ਨੋਟਿਸ ਆਇਆ 6 ਤਰੀਕ ਨੂੰ ਸਾਨੂੰ ਰਿਮੂਵ ਕਰਤਾ, 6-7 ਨੂੰ ਦੋਨਾਂ ਨੂੰ। ਅਸੀਂ ਉਹਦੀ ਵੀ ਕੰਪਲੇਂਟ ਕੀਤੀ ਕਿ ਜੀ ਇਹ ਪੋਜੀਸ਼ਨ ਹੈ ਤੇ ਐਡਵੋਕੇਟ ਜਨਰਲ ਦੀ ਆਪਣੀ ਰਿਪੋਰਟ ਹੈ ਕਿ 125 ਕਰੋੜ ਦਾ ਜਿਹੜਾ ਘਾਟਾ ਪਿਆ ਇਹਦੇ 'ਚ ਗਵਰਨਮੈਂਟ ਨੂੰ, ਜਦੋਂ ਕਿ ਅਸੀਂ ਕਹਿੰਦੇ ਹਾਂ 500 ਕਰੋੜ ਦਾ। ਉਹਦੇ ਲਈ ਨਾ ਤਾਂ ਕੋਈ ਰੂਲ ਇਹਨਾਂ ਨੇ ਫੋਲੋ ਕੀਤਾ, ਨਾ ਕੋਈ ਬੋਰਡ ਦੀ ਮੀਟਿੰਗ ਪ੍ਰੋਪਰ ਹੋਈ ਐਂਡ ਪੀਨਟਸ ਜਿਹੜੀ ਇਹ ਪ੍ਰਾਪਰਟੀ ਜਿਹੜੀ ਇਹਨਾਂ ਦੇ ਦਿੱਤੀ। ਜਦੋਂ ਮੈਂ ਰੇਕਅਪ ਕਰ ਰਿਹਾ ਸੀ ਇਸ਼ੂ, ਅਸੀਂ ਦੋਨੋਂ, ਸਾਨੂੰ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ। ਹੁਣ ਰਿਟ ਦੇ ਵਿੱਚ ਮੈਂ ਆਪਣੀ ਸਿਕਿਉਰਿਟੀ ਵੀ ਮੰਗੀ ਹੈ, ਪਰਸਨਲ ਸਿਕਿਉਰਿਟੀ ਦਿੱਤੀ ਜਾਵੇ ਮੈਨੂੰ ਕਿਉਂਕਿ ਡਰ ਹੈ ਕਿ ਮੈਨੂੰ ਐਲੀਮੀਨੇਟ ਨਾ ਕਰ ਦੇਣ। ਇਹ ਮੁੱਦਾ ਸਾਰਾ ਹਾਈ ਕੋਰਟ ਤੇ ਗਿਆ ਕਿ ਜੀ ਇਹ ਜਿਹੜੀ ਵੈਲਿਊਏਬਲ ਲੈਂਡ 500 ਕਰੋੜ ਦੀ ਰਿਟਰਨ ਆ ਸਕਦੀ ਸੀਗੀ, ਇਹ ਪੀਨਟਸ ਇਹਨਾਂ ਨੇ ਦੇ ਦਿੱਤੀ ਹੈਗੀ ਹੈ ਆਪਣੇ GRG ਗਰੁੱਪ ਨੂੰ, ਜਿਨ੍ਹਾਂ ਨੇ ਪਲਾਟੇਸ਼ਨ ਸ਼ੁਰੂ ਕੀਤੀ ਹੈ ਜੀ। ਤੁਸੀਂ ਜਿਹੜੇ ਤੁਹਾਡੇ ਮੁਵੱਕਲ ਨੇ, ਜਿਹੜੇ ਦੋਵੇਂ ਸਾਬਕਾ ਡਾਇਰੈਕਟਰ ਜਿਨ੍ਹਾਂ ਦੇ ਤੁਸੀਂ ਨਾਂ ਲਏ, ਤੁਸੀਂ ਉਹਨਾਂ ਦੀ ਜਾਨ ਮਾਲ ਦੀ ਰਾਖੀ ਮੰਗੀ ਹੈ ਤੇ ਉਹਨਾਂ ਨੂੰ ਰਿਮੂਵ ਕਰ ਦਿੱਤਾ ਗਿਆ। ਤੇ ਇਹ ਸਾਰਾ ਮਾਮਲਾ ਜਿਵੇਂ ਤੁਸੀਂ ਦੱਸਿਆ ਹੈ ਕਿ ਇਹ ਐਡਵੋਕੇਟ ਜਨਰਲ ਪੰਜਾਬ ਅਤੁਲ ਨੰਦਾ ਦੀ ਰਿਪੋਰਟ ਵਿੱਚ ਵੀ ਇਹ ਗੱਲ ਕਹੀ ਗਈ ਹੈ ਕਿ ਇਹ 125 ਕਰੋੜ ਦੇ ਕਰੀਬ ਦਾ ਜਿਹੜਾ ਹੈਗਾ ਫਾਇਦਾ ਹੋਰ ਸਰਕਾਰ ਨੂੰ ਹੋ ਸਕਦਾ ਸੀ। ਕਿਉਂਕਿ ਤੁਹਾਡੀ ਆਵਾਜ਼ ਕੱਟ ਰਹੀ ਸੀ, ਮੈਂ ਤਾਂ ਦੁਹਰਾ ਰਿਹਾ ਸਾਰੇ ਫੈਕਟ। ਜੀ ਹਾਂਜੀ, ਇਹ ਰਿਪੋਰਟ ਵੀ ਮੈਂ ਨਾਲ ਜਿਹੜੀ ਪਬਲੀਕੇਸ਼ਨ ਸੀ ਨਾਲ ਲਾਈ ਹੈ ਕਿ ਨੰਦਾ ਸਾਹਿਬ ਨੇ ਖੁਦ ਕਿਹਾ ਕਿ 125 ਕਰੋੜ ਦਾ ਲਾਸ ਜਿਹੜਾ ਹੈ ਗਵਰਨਮੈਂਟ ਨੂੰ ਹੈਗਾ, ਜਿਹੜਾ ਕਿ ਆ ਸਕਦਾ ਸੀਗਾ।
ਲੇਕਿਨ ਸਾਨੂੰ ਜਦੋਂ ਧਮਕੀਆਂ ਆਣੀ ਸ਼ੁਰੂ ਕਰ ਦਿੱਤੀਆਂ ਅਸੀਂ ਪਿੱਛੇ ਫਿਰ ਵੀ ਨਹੀਂ ਹਟੇ, ਅਸੀਂ ਫਿਰ ਵੀ ਆਪਣੇ ਆਬਜੈਕਸ਼ਨ ਰੇਜ਼ ਕਰਦੇ ਰਹੇ, ਪਰ ਹੁਣ ਸਾਨੂੰ ਰਿਮੂਵ ਕਰਤਾ। ਆਪਣੀ ਰਿਮੂਵਲ ਅਸੀਂ ਅਲੱਗ ਤੋਂ ਚੈਲੰਜ ਕਰ ਰਹੇ ਹਾਂ, ਕਿਉਂਕਿ ਗਵਰਨਰ ਸਾਹਿਬ ਨੇ ਸਾਨੂੰ ਅਪੁਆਇੰਟ ਕੀਤਾ ਸੀ, ਲੇਕਿਨ ਸੈਕਟਰੀ ਨੇ ਸਾਨੂੰ ਕੱਢ ਕੇ ਬਾਹਰ ਮਾਰਿਆ, ਕੋਈ ਨੋਟਿਸ ਨਹੀਂ ਦਿੱਤਾ। 7 ਨੂੰ ਮੀਟਿੰਗ ਸੀਗੀ, 6 ਨੂੰ ਕੱਢ ਦਿੱਤਾ ਸਾਨੂੰ। ਸੋ ਇਸ ਟਾਈਪ ਦਾ ਇਹਨਾਂ ਨੇ ਇਹ ਸਾਰਾ ਤੁਹਾਡੇ ਜੋ ਕਲਾਇੰਟ ਨੇ 2 ਮਿੰਟ ਸਾਬਕਾ ਡਾਇਰੈਕਟਰ ਜਿਨ੍ਹਾਂ ਨੂੰ ਕੱਢ ਦਿੱਤਾ ਗਿਆ, ਉਹਨਾਂ ਨੂੰ ਕੱਢਣ ਦੀ ਕੀ ਵਜ੍ਹਾ ਤੁਸੀਂ ਮੰਨਦੇ ਹੋ? ਕਿ ਇਹ ਵੀ ਤੁਸੀਂ ਮੈਂਸ਼ਨ ਕੀਤਾ ਪਟੀਸ਼ਨ ਦੇ ਵਿੱਚ ਜੋ ਅੱਜ ਹਾਈ ਕੋਰਟ 'ਚ ਸੁਣੀ ਗਈ ਹੈ? ਹਾਂਜੀ, ਉਹ ਆਰਡਰ ਵੀ ਨਾਲ ਲਗਾਇਆ ਮੈਂ ਕਿ ਜੀ ਸਾਨੂੰ ਦੇਖੋ ਮੈਲਾਫਾਈਡ ਰੀਜ਼ਨ ਤਾਂ ਕਿ ਸਾਡੀ ਆਵਾਜ਼ ਦਬਾਈ ਜਾਵੇ, ਇਹਨਾਂ ਨੇ ਸਾਨੂੰ ਕੱਢ ਦਿੱਤਾ। ਕੋਈ ਉਹਦੇ 'ਚ ਰੀਜ਼ਨ ਨਹੀਂ ਲਿਖਿਆ, ਜਦੋਂ ਕਿ ਮੇਰੀ ਅਪੁਆਇੰਟਿੰਗ ਅਥਾਰਟੀ ਗਵਰਨਰ ਹੈ, ਲੇਕਿਨ ਕੱਢ ਕੇ ਮੈਨੂੰ ਜੋ ਐਡੀਸ਼ਨਲ ਸੈਕਟਰੀ ਨੇ ਆਰਡਰ ਫੜਾ ਕੇ ਜਾਓ ਜੀ ਤੁਹਾਨੂੰ ਡਾਇਰੈਕਟਰਸ਼ਿਪ ਤੋਂ ਰਿਮੂਵ ਕਰ ਦਿੱਤਾ। ਕੋਈ ਰੀਜ਼ਨ ਨਹੀਂ, ਕੋਈ ਮੇਰੀ ਡਿਸਕੁਆਲੀਫਿਕੇਸ਼ਨ ਨਹੀਂ। 79 ਪ੍ਰੋਵੀਜ਼ਨ ਜਿਹੜਾ ਰੈਗੂਲੇਸ਼ਨ ਪ੍ਰੋਵਾਈਡ ਕਰਦਾ ਹੈ ਕਿ ਕਦੋਂ ਮੈਂ ਡਿਸੇਬਿਲਿਟੀ ਅਰਨ ਨਹੀਂ ਕੀਤੀ ਹਾਲੇ ਤੱਕ, ਸਟਿਲ ਮੈਨੂੰ ਕੱਢ ਦਿੱਤਾ ਦੋਨਾਂ ਨੂੰ। ਸਾਬਕਾ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਤੀਕਸ਼ਣ ਸੂਦ ਉਹਨਾਂ ਨੇ ਕਰੀਬ 2 ਮਹੀਨੇ ਪਹਿਲਾਂ ਆਪਣੇ ਸਿਆਸੀ ਵਿਰੋਧੀ ਜੋ ਕਿ ਸ਼ਾਮ ਸੁੰਦਰ ਅਰੋੜਾ ਇਸ ਵਕਤ ਉਦਯੋਗ ਮੰਤਰੀ ਨੇ ਪੰਜਾਬ ਦੇ, ਹੁਸ਼ਿਆਰਪੁਰ ਨੂੰ ਹੀ ਬਿਲੋਂਗ ਕਰਦੇ ਨੇ, ਤੇ ਉਹਨਾਂ ਦੇ ਉੱਤੇ ਇਹ ਦੋਸ਼ ਲਾਏ ਸੀ ਕਿ ਉਹਨਾਂ ਦੀ ਜਿਹੜੀ ਹੈਗੀ ਹੈ ਸ਼ਹਿ ਦੇ ਉੱਤੇ ਕਹਿ ਲਓ ਜਾਂ ਉਹਨਾਂ ਦੀ ਕਥਿਤ ਮਿਲੀਭੁਗਤ ਦੇ ਨਾਲ ਇਹ ਸਾਰਾ ਘੁਟਾਲਾ ਜਾਂ ਸਾਰਾ ਕੁਝ ਸਿਰੇ ਚੜਿਆ। ਕਿ ਪਟੀਸ਼ਨ ਵਿੱਚ ਵੀ ਉਹਨਾਂ ਨੂੰ ਮੰਤਰੀ ਸਾਹਿਬ ਨੂੰ ਪਾਰਟੀ ਬਣਾਇਆ ਗਿਆ ਜਾਂ ਉਹਨਾਂ ਦੇ ਉੱਤੇ ਪਟੀਸ਼ਨ 'ਚ ਕੋਈ ਜ਼ਿਕਰ ਹੈ ਇਹਨਾਂ ਗੱਲਾਂ ਦਾ? ਪਟੀਸ਼ਨ 'ਚ ਮੰਤਰੀ ਸਾਹਿਬ ਨੂੰ ਪਾਰਟੀ ਨਹੀਂ ਬਣਾਇਆ ਗਿਆ ਕਿ ਇਹ ਡਰਦੇ ਸੀਗੇ ਕਿ ਅਗਰ ਆਪਾਂ ਉਹਨਾਂ ਨੂੰ ਪਾਰਟੀ ਬਣਾਇਆ ਤਾਂ ਸਾਨੂੰ ਐਲੀਮੀਨੇਸ਼ਨ ਦੇ ਚਾਂਸ ਜ਼ਿਆਦਾ ਹੈ। ਲੇਕਿਨ ਉਹਦੇ 'ਚ ਐਲੀਗੇਸ਼ਨ ਇਹ ਹੈ ਕਿ ਜਿਹੜੀ ਫਾਈਲ ਹੈ ਉਹ ਟੋਟਲ ਜਿਹੜੀ ਹੈ ਉਹਨਾਂ ਦੇ ਥਰੂ ਰੂਟ ਹੋਈ ਹੈ, ਔਰ ਜਿਹੜਾ ਲੋਕਡਾਊਨ ਦੇ ਵਿੱਚ ਜਦੋਂ ਕਰਫਿਊ ਲੱਗਿਆ ਸੀ ਸਾਰੀਆਂ ਫਾਰਮੈਲਿਟੀਆਂ ਉਹਨਾਂ ਦੇ ਥਰੂ ਕੰਪਲੀਟ ਹੋਈਆਂ, ਉਹਨਾਂ ਦੇ ਕਹਿਣ ਤੇ ਹੋਈਆਂ। ਇਹ ਅਸੀਂ ਲਿਖਿਆ ਹੋਇਆ ਵਿੱਚ। ਐਡਵੋਕੇਟ ਡਡਵਾਲ, ਤੁਸੀਂ ਪਟੀਸ਼ਨ ਤਿਆਰ ਕੀਤੀ ਹੈ ਪੂਰੀ, ਤੁਸੀਂ ਇੱਕ ਬਤੌਰ ਵਕੀਲ, ਹਾਲਾਂਕਿ ਸੂਦ ਸਾਹਿਬ ਨੇ ਆਪਣੇ ਤੌਰ ਤੇ, ਪਰ ਉਹਨਾਂ ਦੀ ਗੱਲ ਸਿਆਸੀ ਜ਼ਿਆਦਾ ਲੱਗ ਰਹੀ ਸੀ ਸਾਰੇ ਲੋਕਾਂ ਨੂੰ ਜਾਂ ਮੀਡੀਆ ਨੂੰ, ਤੁਸੀਂ ਇੱਕ ਵਕੀਲ ਦੇ ਤੌਰ ਤੇ ਹਾਈ ਕੋਰਟ 'ਚ ਜਦੋਂ ਫੈਕਟ ਰੱਖੇ ਨੇ ਤਾਂ ਦੱਸ ਸਕਦੇ ਹੋ ਕਿ ਇਹ ਘੁਟਾਲਾ ਹੈ ਕੀ, ਕਿਸ ਤਰ੍ਹਾਂ ਚੂਨਾ ਲੱਗਿਆ ਸਰਕਾਰੀ ਖਜ਼ਾਨੇ ਨੂੰ, ਤੇ ਕੀ ਸਾਰਾ ਮਾਮਲਾ ਜੇ ਤੁਸੀਂ ਬਰੀਫ 'ਚ ਸਮਝਾ ਸਕੋ ਜੀ? ਮਾਮਲਾ ਇਹ ਹੈ ਜੀ ਕਿ ਇਹ ਜਿਹੜੀ ਜ਼ਮੀਨ ਹੈ ਨਾ ਜੀ 1984 ਚ JCT ਇਲੈਕਟ੍ਰੋਨਿਕਸ ਨੂੰ ਕੰਸੈਸ਼ਨਲ ਰੇਟ ਦੇ ਉੱਤੇ ਕੰਸੈਸ਼ਨ ਰੇਟ ਤੇ ਦਿੱਤੀ। ਅਲਟੀਮੇਟਲੀ ਉਹਨਾਂ ਦਾ ਯੂਨਿਟ ਜਿਹੜਾ ਹੈਗਾ ਉਹ ਸਿੱਕ ਹੋ ਗਿਆ। ਜਦੋਂ ਸਿੱਕ ਹੋ ਗਿਆ ਤੇ ਉਹ ਮੋਹਾਲੀ 'ਚ ਜ਼ਮੀਨ ਇਹ, ਹਾਂ ਮੋਹਾਲੀ 'ਚ, ਇਹ ਉਹਨਾਂ ਦਾ ਯੂਨਿਟ ਜਿਹੜਾ ਸਿੱਕ ਹੋ ਗਿਆ ਕਿਉਂਕਿ ਉਹਨਾਂ ਨੇ ਲੋਨਸ ਵਗੈਰਾ ਲਏ ਸੀਗੇ, ਅਲਟੀਮੇਟਲੀ ਡਿਫਾਲਕੇਸ਼ਨ ਚਲੇ ਗਏ। ਉਸ ਤੋਂ ਬਾਅਦ ਬਾਈਂਡਿੰਗ ਅਪ 'ਚ ਕੰਪਨੀ ਜਦੋਂ ਗਈ ਤੇ ਆਫੀਸ਼ੀਅਲ ਲਿਕੁਇਡੇਟਰ ਅਪੁਆਇੰਟ ਹੋ ਗਿਆ। ਆਫੀਸ਼ੀਅਲ ਲਿਕੁਇਡੇਟਰ ਜਦੋਂ ਅਪੁਆਇੰਟ ਹੋਇਆ ਤੇ ਆਪਣੇ ਕਾਰਪੋਰੇਸ਼ਨ ਨੇ ਵੀ ਨਾ ਆਪਣੇ ਕਲੇਮ ਜਿਹੜੇ ਸੀਗੇ ਉਹਨਾਂ ਦੇ ਤਹਿਤ ਸਰਫੇਸੀ ਐਕਟ ਥੱਲੇ ਕੇਸ ਕਰਕੇ ਇਹ ਪ੍ਰਾਪਰਟੀ ਆਕਸ਼ਨ ਤੇ ਲਗਵਾਤੀ। ਜਦੋਂ ਇਹ ਆਕਸ਼ਨ ਤੇ ਪ੍ਰਾਪਰਟੀ ਲੱਗੀ ਹੈ ਫਿਰ ਇਹਨਾਂ ਨੇ ਜਿਹੜੀ ਇਹ ਮੈਨੂਪੂਲੇਸ਼ਨ ਟੋਟਲ ਕਿ ਜੀ ਇਹਨੂੰ ਜਿਹੜੀ ਕਿ 500 ਕਰੋੜ ਆ ਸਕਦਾ ਸੀ ਅਮਾਊਂਟ, ਜਿਹਦੇ ਨਾਲ ਹੋਰ ਵੀ ਜਿਹੜੇ ਚਾਰਜਿਸ ਸੀਗੇ ਕਿਉਂਕਿ ਬਾਕੀ ਕਈ ਇੰਸਟੀਟਿਊਸ਼ਨ ਨੇ ਵੀ ਆਪਣੇ ਜਿਹੜੇ ਹੈਗੇ ਕਲੇਮ ਸਬਮਿਟ ਕੀਤੇ ਸੀਗੇ, ਉਹ ਸਾਰੇ ਸੈਟਲ ਹੋ ਸਕਦੇ ਸੀਗੇ। ਪਰੰਤੂ ਇਹਨਾਂ ਨੇ ਕੀਤਾ ਕਿ ਜੀ ਪਬਲਿਕੇਸ਼ਨ ਦਿੱਤੀ, ਸ਼ਾਰਟ ਸਰਕਟ ਅਡਾਪਟ ਕੀਤਾ, ਨਾਲ ਦੀ ਨਾਲ GRG ਗਰੁੱਪ ਨੂੰ ਇਹਨਾਂ ਨੇ ਫਾਈਨਲ ਕਰਕੇ ਆਲ ਫਾਰਮੈਲਿਟੀਜ਼ ਕੰਪਲੀਟਡ ਐਂਡ ਗਿਵਨ। ਆਲਦੋ ਇਨ ਐਵਰੀ ਮੀਟਿੰਗ ਅਸੀਂ ਪਬਲਿਕੇਸ਼ਨ ਦਿਓ, ਇਹਨਾਂ ਨੇ ਪਬਲਿਕੇਸ਼ਨ ਵੀ ਦਿੱਤੀ ਬੜੀ ਅਨਨੋਨ ਅਖਬਾਰਾਂ 'ਚ, ਜਿਹੜੀ ਦੀ ਬਿਜ਼ਨਸ ਤੇ ਇੱਕੋ ਕਿਹੜੀ ਦੋ ਅਖਬਾਰਾਂ ਦੇ ਵਿੱਚ ਜਿਹੜੀਆਂ ਕਿ ਸਰਕੂਲੇਸ਼ਨ ਉਹਨਾਂ ਦਾ ਪ੍ਰੋਪਰ ਨਹੀਂ ਹੈ, ਉਹਨਾਂ 'ਚ ਇਹਨਾਂ ਨੇ ਪਬਲਿਕੇਸ਼ਨ ਦਿੱਤੀ। ਨਾ ਕੋਈ ਪੰਜਾਬ ਕੇਸਰੀ, ਨਾ ਕੋਈ ਟ੍ਰਿਬਿਊਨ 'ਚ, ਮਤਲਬ ਇਹਨਾਂ ਨੇ ਉਸ ਤਰ੍ਹਾਂ ਉਹਨੂੰ ਸਾਈਡ ਲਾਈਨ ਦੇ ਉੱਤੇ ਰੱਖਿਆ ਟੋਟਲ। ਇਟ ਵਾਜ਼ ਨਾਟ ਅ ਵਾਈਡ ਪਬਲਿਸਿਟੀ ਜਦੋਂ ਕਿ ਹੋਣੀ ਚਾਹੀਦੀ ਸੀਗੀ, ਜਦੋਂ 31 ਏਕੜ ਵੈਲਿਊਏਬਲ ਲੈਂਡ ਹੈ। ਤੇ ਉਸ ਤੋਂ ਬਾਅਦ ਇਹਨਾਂ ਨੇ ਜਦੋਂ ਮੀਟਿੰਗ ਦੇ ਵਿੱਚ ਕੋਈ ਚੀਜ਼ ਰੱਖਣੀ ਸੀਗੀ ਏਜੰਡਾ ਵਗੈਰਾ, ਅਸੀਂ ਆਬਜੈਕਸ਼ਨ ਰੇਜ਼ ਕੀਤੇ ਮੀਟਿੰਗ 'ਚ, ਆਬਜੈਕਸ਼ਨਸ ਵਰ ਨੋਟਡ ਡਾਊਨ। ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ, ਉਸ ਤੋਂ ਬਾਅਦ ਕੋਈ ਮੀਟਿੰਗ ਨਹੀਂ, ਐਵਰੀਥਿੰਗ ਵਾਸ ਫਾਈਨਲਾਈਜ਼ਡ ਇਨ ਫੇਵਰ ਆਫ GRG ਗਰੁੱਪ। ਸੋ ਇਸ ਕਰਕੇ ਅਸੀਂ ਕਹਿੰਦੇ ਜਿਹੜੀ ਕੰਪਨੀ ਲਿਕੁਇਡੇਸ਼ਨ 'ਚ ਗਈ ਹੈ, ਅਗਰ ਉਹਦੀ ਰਿਵਾਈਵਲ ਨਹੀਂ ਹੋ ਸਕਦੀ, ਲਿਕੁਇਡੇਟਰ ਨੇ ਪਹਿਲੀ ਤੇ ਪ੍ਰਾਪਰਟੀ ਸੇਲ ਤੇ ਲਾ ਕੇ ਉਹਦੇ ਜਿਹੜੇ ਐਡਮਿਟਡ ਲੋਨ ਹੈ ਉਹ ਵਾਪਸ ਹੋ ਸਕਦੇ ਸੀਗੇ, ਔਰ 500 ਕਰੋੜ ਤੇ ਐਵਰੀਥਿੰਗ ਸ਼ੁੱਡ ਹੈਵ ਬੀਨ ਸੈਟਲਡ ਜੀ। ਸੋ ਇਸ ਤਰ੍ਹਾਂ 500 ਕਰੋੜ ਦਾ ਜੀ। ਡਡਵਾਲ ਸਾਹਿਬ, 7 ਅਕਤੂਬਰ ਨੂੰ ਹੁਣ ਅਗਲੀ ਤਰੀਕ ਹੈ ਤੇ ਤੁਸੀਂ ਮੁੱਖ ਮੰਗਾਂ ਜਿਹੜੀਆਂ ਨੇ ਉਹ ਦੁਬਾਰਾ ਇੱਕ ਵਾਰ ਦੁਹਰਾ ਦਿਓ ਕਿ ਕੀ ਤੁਸੀਂ ਰੱਖੀਆਂ ਨੇ ਆਪਣੀ ਪਟੀਸ਼ਨ ਦੇ ਵਿੱਚ। ਘੁਟਾਲਾ ਸਾਨੂੰ ਸਮਝ ਆ ਗਿਆ ਕਿ 31 ਏਕੜ ਜ਼ਮੀਨ ਸੀ ਜਿਹੜੀ
ਪੰਜਾਬ 'ਚ ਖੜਕੂਵਾਦ ਦੇ ਦੌਰਾਨ ਜਦੋਂ ਦੁਬਾਰਾ ਸਨਅਤ ਨੂੰ ਲਿਆਉਣ ਦੀ ਕੋਸ਼ਿਸ਼ ਹੋਈ ਸੀ ਤਾਂ ਉਦੋਂ ਇਸ ਤਰ੍ਹਾਂ ਹੀ ਇੱਕ ਫਿਲਿਪਸ ਦੀ ਕੰਪਨੀ ਨੂੰ ਜਿਹੜੀ ਹੈਗੀ ਹੈ ਮੋਹਾਲੀ ਦੇ ਵਿੱਚ ਹੀ ਜ਼ਮੀਨ ਕਈ ਏਕੜ ਦੀ ਜ਼ਮੀਨ ਜਿਹੜੀ ਹੈਗੀ ਹੈ ਬੜੇ ਹੀ ਕਿਫਾਇਤੀ ਜਿਹੜੇ ਹੈਗੇ ਭਾਅ ਦੇ ਉੱਤੇ ਦਿੱਤੀ ਗਈ ਸੀ। ਉਹ ਵੀ ਘੁਟਾਲਾ ਇੱਕ ਵੱਖਰਾ ਹੈਗਾ। ਤੇ ਪਰ JCT ਇਲੈਕਟ੍ਰੋਨਿਕਸ ਵਾਲਾ ਘੁਟਾਲਾ ਜਿਹੜਾ ਜਿਸ ਤੇ ਕਿ ਬੜੀ ਪ੍ਰਾਈਮ ਲੈਂਡ ਹੈ ਮੋਹਾਲੀ ਦੇ ਵਿੱਚ, ਬਹੁਤ ਸਾਰੇ ਲੋਕ ਜਾਣਦੇ ਨੇ ਕਿ ਬੜੇ ਹੀ ਲੋਕ ਆਮ ਤੌਰ ਤੇ ਉੱਥੋਂ ਲੰਘਦੇ ਨੇ। JCT ਚੌਂਕ ਜਾਂ JCT ਦੀਆਂ ਲਾਈਟਾਂ ਉਹਨੂੰ ਕਹਿੰਦੇ ਆ ਆਪਾਂ। ਤੇ ਉਸ ਥਾਂ ਨੂੰ ਜਿਹੜਾ ਹੈਗਾ ਜਿਸ ਤਰ੍ਹਾਂ ਕਿ ਵਕੀਲ ਸਾਹਿਬ ਨੇ ਹਾਈ ਕੋਰਟ ਦੇ ਵਿੱਚ ਗੱਲ ਰੱਖੀ ਹੈ ਕਿ ਇਸ 'ਚ ਕਾਫੀ ਕੁਝ ਜਿਹੜਾ ਹੈਗਾ ਹੇਰ-ਫੇਰ ਹੋਇਆ ਹੈ। ਇਸ ਜ਼ਮੀਨ ਨੂੰ ਛੋਟੇ ਪਲਾਟ ਬਣਾ ਕੇ ਇੱਕ ਨਿੱਜੀ ਲੈਂਡ ਡਿਵੈਲਪਰ ਜਾਂ ਕੋਲੋਨਾਈਜ਼ਰ ਜਾਂ ਪ੍ਰੋਪਰਟੀ ਡੀਲਰਾਂ ਰਾਹੀਂ ਵੇਚਣ ਦਾ ਜੋ ਕਾਰਾ ਕੀਤਾ ਗਿਆ ਹੈ। ਇਹ ਕੁੱਲ ਮਿਲਾ ਕੇ ਸਰਲ ਭਾਸ਼ਾ ਦੇ ਵਿੱਚ ਇਹ ਸਾਰਾ ਮਸਲਾ ਹੈ ਜੋ ਅੱਜ ਹਾਈ ਕੋਰਟ 'ਚ ਗਿਆ ਤੇ ਜਿਸ 'ਚ CBI ਜਾਂਚ ਦੀ ਮੰਗ ਤੇ ਪੰਜਾਬ ਸਰਕਾਰ ਨੂੰ ਤੇ CBI ਨੂੰ 7 ਅਕਤੂਬਰ ਵਾਸਤੇ ਨੋਟਿਸ ਹੋਇਆ ਤੇ ਮੁੱਖ ਮੰਗ ਕੀ ਰੱਖੀ ਗਈ ਆ ਉਹ ਆਪਾਂ ਵਕੀਲ ਸਾਹਿਬ ਤੋਂ ਦੁਬਾਰਾ ਸੁਣਦੇ ਹਾਂ ਜੀ। ਮੁੱਖ ਮੰਗ ਅਸੀਂ ਰੱਖੀ ਹੈ ਕਿ ਇਹ ਜਿਹੜਾ ਸਾਰਾ ਆਪਣਾ ਸਕੈਮ ਹੈ ਇਹ CBI ਤੋਂ ਇਨਕੁਆਇਰ ਕਰਾਓ ਤੇ ਉਹਦੇ ਬੇਸ ਤੇ ਜਿਹੜੇ ਵੀ ਬੰਦੇ ਡਿਫਾਲਟਿੰਗ ਹੈਗੇ, ਐਰਿੰਗ ਆਫੀਸਰਸ ਹੈਗੇ ਆ ਜਾਂ ਹਾਈ ਅਫਸ ਹੈਗੇ ਆ, ਉਹਨਾਂ ਸਾਰਿਆਂ ਦੇ ਖਿਲਾਫ ਪਰਚਾ ਦਰਜ ਕਰਕੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਦੂਸਰਾ, ਜਦ ਤੱਕ ਇਹ ਕੇਸ ਚੱਲਦਾ ਪਿਆ, ਜਦੋਂ ਤੱਕ CBI ਇਨਕੁਆਇਰੀ ਚੱਲਦੀ ਪਈ, ਇਲੀਮੀਨੇਟ ਨਾ ਕਰਵਾ ਦੇਣ, ਕਿਉਂਕਿ ਕੰਪਨੀਆਂ ਔਰ ਬਾਕੀ ਜਿਹੜੇ ਹੈਗੇ ਸਾਰੇ ਬੰਦੇ ਇਨਫਲੂਐਂਸ਼ੀਅਲ ਹੈਗੇ ਸਾਰੇ। ਇਹ ਦੋ ਡਿਮਾਂਡ ਅਸੀਂ ਤੇ ਮੰਗੀਆਂ। ਹਾਂਜੀ, ਜਾਨ ਮਾਲ ਦੀ ਰਾਖੀ ਮੰਗੀ ਹੈਗੀ ਹੈ ਜਿਹੜੀ ਕਿ 7-10 ਨੂੰ ਅੱਗੇ ਜਵਾਬ ਆਏਗਾ ਤੇ ਅੱਗੇ ਜੋ ਕੋਰਟ ਆਰਡਰ ਕਰੇਗੀ ਉਹਦੇ ਹਿਸਾਬ ਨਾਲ ਕੇਸ ਚੱਲੇਗਾ। ਜੀ ਐਡਵੋਕੇਟ ਡਡਵਾਲ, ਬਹੁਤ ਸ਼ੁਕਰੀਆ ਜੀ ਸਕਾਈ ਨਿਊਜ਼ ਨਾਲ ਗੱਲਬਾਤ ਕਰਨ ਵਾਸਤੇ। ਬਹੁਤ ਸ਼ੁਕਰੀਆ। ਥੈਂਕ ਯੂ ਵੈਰੀ ਮਚ।